ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ YouTube ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਸੋ ਇਹ ਵੀਡੀਓ ਬਣਾਈ ਜਾ ਰਹੀ ਹੈ 9ਵੀਂ ਅਤੇ 10ਵੀਂ ਕਲਾਸ ਦੇ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੇ ਵਿੱਚ ਜੋ ਲਾਕਡਾਊਨ ਹੋਇਆ ਹੈ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਬੱਚੇ ਘਰਾਂ 'ਚ ਬੈਠੇ ਨੇ, ਉਹਨਾਂ ਬੱਚਿਆਂ ਨੂੰ ਇੱਕ ਸਹੂਲਤ, ਇੱਕ ਫੈਸਿਲਿਟੀ ਪ੍ਰੋਵਾਈਡ ਕਰਨ ਦੇ ਲਈ ਘਰਾਂ ਦੇ ਵਿੱਚ ਹੀ, ਤਾਂ ਕਿ ਉਹ ਬੱਚੇ ਐਜੂਕੇਸ਼ਨ ਹਾਸਲ ਕਰ ਸਕਣ। ਉਹਨਾਂ ਦੀ ਸਹੂਲਤ ਦੇ ਲਈ ਜਿਹੜੀ ਉਹ ਇਸ ਸੰਸਥਾ ਵੱਲੋਂ ਜਿਹੜੀਆਂ ਉਹ ਵੀਡੀਓਜ਼ ਬਣਾ ਕੇ ਤੁਹਾਨੂੰ ਸਮੇਂ-ਸਮੇਂ ਭੇਜੀਆਂ ਜਾ ਰਹੀਆਂ ਹਨ। ਸੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 9th ਐਂਡ 10th ਕਲਾਸ ਦੀ ਮੇਨ ਜਿਹੜੀ ਇੰਗਲਿਸ਼ ਦੀ ਮੇਨ ਰੀਡਰ ਬੁੱਕ ਆ, ਮੇਨ ਕੋਰਸ ਬੁੱਕ ਆ, ਉਹਦੇ ਵਿੱਚ ਜਿਹੜਾ ਫਸਟ ਲੈਸਨ ਆ ਉਹਦੇ ਬਾਰੇ ਆਪਾਂ ਪੜ੍ਹਾਂਗੇ। ਬੱਚਿਓ, ਇਸ ਤੋਂ ਪਹਿਲਾਂ ਇਹ ਲੈਸਨ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਇਸੇ ਲੈਸਨ ਦੇ ਆਪਾਂ ਦੋ ਜਿਹੜੇ ਹੈਗੇ ਉਹ ਭਾਗ ਕਰ ਚੁੱਕੇ ਹਾਂ, ਦੋ ਪਾਰਟ ਕਰ ਚੁੱਕੇ ਹਾਂ, ਫਸਟ ਐਂਡ ਸੈਕੰਡ ਪਾਰਟ। ਇਹਨਾਂ ਦਾ ਅਸੀਂ ਆਈ ਬਟਨ ਉੱਪਰ ਦੇ ਦਿੱਤਾ ਹੈ। ਜਿਨ੍ਹਾਂ ਬੱਚਿਆਂ ਨੂੰ ਉਹ ਭਾਗ ਨਹੀਂ ਵੇਖੇ, ਉਹ ਪਾਰਟ ਨਹੀਂ ਵੇਖੇ, ਉਹ ਆਈ ਬਟਨ ਨੂੰ ਪ੍ਰੈਸ ਕਰਕੇ ਅਤੇ ਉਹ ਵੀਡੀਓ ਨੂੰ ਵੇਖ ਲੈਣ, ਤਾਂ ਜੋ ਉਹਨਾਂ ਨੂੰ ਅਗਲਾ ਲੈਸਨ ਪੜ੍ਹਨ ਦੇ ਵਿੱਚ ਦਿੱਕਤ ਨਾ ਆਵੇ। ਸੋ ਲੈਟ ਅਸ ਸਟਾਰਟ ਦਾ ਲੈਸਨ। ਸਭ ਤੋਂ ਪਹਿਲਾਂ ਆਪਾਂ ਰੀਡਿੰਗ ਕਰਦੇ ਹਾਂ ਨਾਲ ਦੀ ਨਾਲ, ਔਰ ਨਾਲ ਹੀ ਆਪਾਂ ਜਿਹੜਾ ਉਹ ਇਹਦੀ ਟਰਾਂਸਲੇਸ਼ਨ ਕਰੀ ਜਾਵਾਂਗੇ। ਸੋ ਲੁੱਕ ਐਟ ਯੂਅਰ ਸਕਰੀਨ। ਮੈਂ ਸਕਰੀਨ ਨੂੰ ਥੋੜ੍ਹਾ ਜਿਹਾ ਬੋਲਡ ਕਰ ਦਿੰਦਾ ਹੋਰ, ਤਾਂ ਜੋ ਤੁਹਾਨੂੰ ਵੇਖਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹਾਂ, ਇਸ ਤੋਂ ਪਹਿਲਾਂ ਬੱਚਿਓ, ਪਿਛਲੇ ਲੈਸਨ ਦੇ ਵਿੱਚ ਤੁਸੀਂ ਪੜ੍ਹਿਆ ਕਿ ਹੈਪੀ ਪ੍ਰਿੰਸ ਨਾਂ ਦਾ ਜੋ ਸ਼ਹਿਜ਼ਾਦਾ ਸੀ, ਉਹ ਜਦੋਂ ਹੈਪੀ ਪ੍ਰਿੰਸ ਮਰ ਜਾਂਦਾ, ਉਹਦਾ ਸਟੈਚੂ ਜਿਹੜਾ, ਉਹਦਾ ਬੁੱਤ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਉੱਚੀ ਜਗ੍ਹਾ 'ਤੇ ਲਗਾਇਆ ਜਾਂਦਾ, ਕਿਉਂਕਿ ਹੈਪੀ ਪ੍ਰਿੰਸ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਸੀ ਵੇਖਿਆ, ਇਸੇ ਕਰਕੇ ਉਹਦਾ ਨਾਂ ਹੈਪੀ ਪ੍ਰਿੰਸ ਸੀ। ਔਰ ਜਦੋਂ ਉਹਦਾ ਬੁੱਤ ਲਗਾਇਆ ਜਾਂਦਾ ਅਤੇ ਉਹ ਬੁੱਤ ਦੇ ਜ਼ਰੀਏ ਆਪਣੇ ਸ਼ਹਿਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਨੇ ਲੋਕਾਂ ਦੇ ਘਰਾਂ ਵਿੱਚ, ਉਹ ਸਾਰੀਆਂ ਬੁੱਤ ਦੇ ਜ਼ਰੀਏ ਉਤੋਂ ਵੇਖ ਸਕਦਾ ਹੈਪੀ ਪ੍ਰਿੰਸ। ਇਸੇ ਸਮੇਂ ਦਰਮਿਆਨ ਇੱਕ ਛੋਟਾ ਜਿਹਾ ਪੰਛੀ ਜਿਹੜਾ ਅਬਾਬੀਲ, ਜਿਹਨੂੰ ਇਹਦੇ 'ਚ ਸਵੈਲੋ ਇੰਗਲਿਸ਼ ਦੇ ਵਿੱਚ ਕਿਹਾ ਗਿਆ, ਉਹ ਉੱਡਦਾ ਹੋਇਆ ਬੁੱਤ ਦੇ ਪੈਰਾਂ ਦੇ ਵਿੱਚ ਬੈਠ ਜਾਂਦਾ। ਔਰ ਬੁੱਤ ਜਦੋਂ ਹੈਪੀ ਪ੍ਰਿੰਸ ਦਾ ਸਟੈਚੂ ਜਿਹੜਾ ਵਾ, ਉਹ ਸਵੈਲੋ ਨੂੰ ਦੱਸਦਾ ਕਿ ਤੂੰ ਮੇਰੀ ਹੈਲਪ ਕਰ, ਮੈਂ ਕਿਸੇ ਗਰੀਬ ਦੀ ਹੈਲਪ ਕਰਨੀ ਚਾਹੁੰਦਾ, ਤੂੰ ਮੇਰੀ ਜਿਹੜੀ ਤਲਵਾਰ ਆ, ਜਿਹੜੀ ਮੇਰੇ ਬੁੱਤ ਦੇ ਨਾਲ ਤਲਵਾਰ ਲਟਕੀ ਆ, ਉਹਦੇ ਵਿੱਚ ਇੱਕ ਰੂਬੀ ਆ, ਉਹ ਰੂਬੀ ਨੂੰ ਲੈ ਕੇ ਤੂੰ ਉਸ ਘਰ ਦੇ ਵਿੱਚ ਜਾ ਜਿੱਥੇ ਇੱਕ ਔਰਤ ਜਿਹੜੀ ਆ ਕੱਪੜੇ ਸੀਣ ਵਾਲੀ, ਉਹਦਾ ਬੱਚਾ ਬਹੁਤ ਬਿਮਾਰ ਆ, ਔਰ ਤੂੰ ਉਹ ਰੂਬੀ ਉਹਨੂੰ ਦੇ ਕੇ ਆ, ਤਾਂ ਜੋ ਆਪਣੇ ਬੱਚੇ ਨੂੰ ਕੁਛ ਖਾਣ ਨੂੰ ਲੈ ਕੇ ਦੇ ਸਕੇ। ਅਬਾਬੀਲ ਉਹ ਕੰਮ ਕਰਦਾ ਅਤੇ ਉਹ ਆ ਕੇ ਹੈਪੀ ਪ੍ਰਿੰਸ ਨੂੰ ਕਹਿੰਦਾ ਕਿ ਭਾਵੇਂ ਕਿ ਬਹੁਤ ਜ਼ਿਆਦਾ ਠੰਡ ਆ, ਫਿਰ ਵੀ ਮੈਨੂੰ ਬਹੁਤ ਜ਼ਿਆਦਾ ਨਿੱਘ ਮਹਿਸੂਸ ਹੋ ਰਿਹਾ। ਸੋ ਆਓ ਇਸ ਤੋਂ ਅੱਗੇ ਪੜ੍ਹਦੇ ਹਾਂ। ਸਵੈਲੋ ਕੀ ਕਹਿੰਦਾ ਦੈਟ ਇਜ਼ ਬਿਕਾਜ਼ ਯੂ ਹੈਵ ਡਨ ਏ ਗੁੱਡ ਐਕਸ਼ਨ ਸੈਡ ਦਾ ਪ੍ਰਿੰਸ। ਪ੍ਰਿੰਸ ਕਹਿੰਦਾ ਸਵੈਲੋ ਨੂੰ ਕਿ ਇਹ ਤਾਂ ਤੈਨੂੰ ਹੋਇਆ, ਨਿੱਘ ਤਾਂ ਤੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਤੂੰ ਇੱਕ ਚੰਗਾ ਕੰਮ ਕੀਤਾ। ਐਂਡ ਦਾ ਲਿਟਲ ਸਵੈਲੋ ਬਿਗੈਨ ਟੂ ਥਿੰਕ। ਬਿਗਨ ਨੋਟ ਕਰ ਲਓ ਬੱਚੋ, ਮੈਂ ਹਰ ਵਾਰੀ ਤੁਹਾਨੂੰ ਵਰਬ ਦੀ ਫਾਰਮ ਦੇ ਬਾਰੇ ਜ਼ਰੂਰ ਦੱਸਦਾ, ਕਿਉਂਕਿ ਸਭ ਤੋਂ ਜ਼ਰੂਰੀ ਆ ਕਿਸੇ ਵਰਬ ਦੀ ਫਸਟ, ਸੈਕੰਡ, ਥਰਡ ਫਾਰਮ ਦਾ ਪਤਾ ਹੋਣਾ, ਔਰ ਦੂਜੀ ਗੱਲ ਕਿ ਉਹ ਕਿੱਥੇ ਲੱਗੀ ਆ, ਅਤੇ ਜੇਕਰ ਉਹ ਫਸਟ ਲੱਗੀ ਤਾਂ ਕੀ ਉਹਦਾ ਯੂਜ਼ ਆ, ਸੈਕੰਡ ਲੱਗੀ ਤਾਂ ਕੀ ਯੂਜ਼ ਆ, ਥਰਡ ਲੱਗੀ ਤਾਂ ਕੀ ਯੂਜ਼ ਆ। ਇੱਥੇ ਵਰਬ ਦੀ ਸੈਕੰਡ ਫਾਰਮ ਲੱਗੀ ਆ, ਔਰ ਇਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਬਣ ਗਿਆ। ਕਹਿੰਦਾ ਐਂਡ ਦਾ ਲਿਟਲ ਸਵੈਲੋ ਬਿਗੈਨ ਟੂ ਥਿੰਕ, ਉਹਨੇ ਸੋਚਣਾ ਸ਼ੁਰੂ ਕੀਤਾ, ਸ਼ੁਰੂ ਕੀਤਾ। ਐਂਡ ਦੈਨ ਫੈਲ ਅਸਲੀਪ, ਅਤੇ ਫਿਰ ਉਹ ਸੌਂ ਗਿਆ। ਥਿੰਕਿੰਗ ਆਲਵੇਜ਼ ਮੇਡ ਹਿਮ ਸਲੀਪੀ। ਥਿੰਕਿੰਗ ਸੋਚਣਾ, ਆਲਵੇਜ਼ ਸਦਾ ਹੀ, ਮੇਡ ਹਿਮ ਸਲੀਪੀ ਸੋਚਣ ਦੇ ਨਾਲ ਉਹਨੂੰ ਹਮੇਸ਼ਾ ਹੀ ਨੀਂਦ ਆ ਜਾਂਦੀ ਹੈ। ਵੈਨ ਦਾ ਮੂਨ ਰੋਜ਼ ਰਾਈਜ਼ਨ, ਵਰਬ ਦੀ ਸੈਕੰਡ ਫਾਰਮ, ਰਾਈਜ਼ ਫਸਟ, ਰੋਜ਼ ਸੈਕੰਡ, ਰਾਈਜ਼ਨ ਥਰਡ। ਕਿਉਂਕਿ ਰੋਜ਼ ਤੋਂ ਤੁਹਾਨੂੰ ਸ਼ਾਇਦ ਤੁਸੀਂ ਸੋਚਦੇ ਹੋ ਕਿ ਰੋਜ਼ ਗੁਲਾਬ ਦੇ ਫੁੱਲ ਦੀ ਗੱਲ ਕੀਤੀ ਗਈ, ਬਿਲਕੁਲ ਨਹੀਂ, ਇੱਥੇ ਗੁਲਾਬ ਦੇ ਫੁੱਲ ਦੀ ਗੱਲ ਕੀਤੀ ਗਈ। ਇੱਥੇ ਰਾਈਜ਼ ਦਾ ਮਤਲਬ ਹੁੰਦਾ ਚੜ੍ਹਨਾ, ਸੂਰਜ ਦਾ ਚੜ੍ਹਨਾ, ਚੰਦਰਮਾ ਦਾ ਚੜ੍ਹਨਾ। ਰਾਈਜ਼ ਰੋਜ਼ ਰਾਈਜ਼ਨ ਕਹਿੰਦਾ ਜਦੋਂ ਚੰਦਰਮਾ ਚੜ੍ਹਿਆ, ਹੀ ਫਲਿਊ ਬੈਕ ਟੂ ਦਾ ਹੈਪੀ ਪ੍ਰਿੰਸ। ਕੌਣ? ਅਬਾਬੀਲ, ਸਵੈਲੋ ਫਲਿਊ ਬੈਕ, ਉੱਡਦਾ ਹੋਇਆ ਹੈਪੀ ਪ੍ਰਿੰਸ ਦੇ ਕੋਲ ਦੁਬਾਰਾ ਵਾਪਸ ਆਇਆ। ਕਹਿੰਦਾ ਹੈਵ ਯੂ ਐਨੀ ਕਮਿਸ਼ਨ ਫਾਰ ਇਜਿਪਟ। ਕਹਿੰਦਾ ਤੈਨੂੰ ਕੋਈ ਇਜਿਪਟ ਦੇ ਵਿੱਚ ਕੋਈ ਕੰਮ ਹੈ, ਮਿਸਰ ਦੇਸ਼ 'ਚ ਮੈਂ ਚੱਲਿਆ ਵਾਂ, ਤੈਨੂੰ ਕੋਈ ਕੰਮ ਹੈ ਉੱਥੋਂ ਲਈ, ਕੋਈ ਸੁਨੇਹਾ ਹੈ? ਹੀ ਕਰਾਈਡ, ਕਹਿੰਦਾ ਆਈ ਐਮ ਜਸਟ ਸਟਾਰਟਿੰਗ, ਮੈਂ ਤਾਂ ਸਿਰਫ ਹੁਣ ਚੱਲਿਆ ਹੀ ਹਾਂ। ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਟੋਰੀ 'ਚ ਪੜ੍ਹਿਆ
कि अबाबील जिहड़ा वा वो इजिप्ट जा रहा सीगा अपने साथियों के नाल, पर किसी कारण करके पिछे रह गया और वो जाना चाहता सी अपने साथियों के नाल, परंतु हैप्पी प्रिंस ने उन्होंने जान नहीं दिता। उन्होंने कहा कि एक रात मेरे को सिर्फ रुक, तो हुण क्योंकि एक रात रुक के वो हैप्पी प्रिंस की जी मर्जी के मुताबिक वो जिहड़ा ने एक गरीब बच्चे नूं रूबी दे के आया वा वो काम कर लिया वा, हुण चाहुंदा कि मैं जावां। हैप्पी प्रिंस अगों की कहता, स्वैलो स्वैलो लिटल स्वैलो सैड द प्रिंस। प्रिंस कहता कि स्वैलो विल यू स्टे विद मी वन नाइट लॉन्गर, की तू मेरे नाल एक होर रात रवेगा। आई एम वेटिड फॉर इन इजिप्ट आंसर द स्वैलो। स्वैलो कहता कि मैं मेरी इजिप्ट दे विच उड़ीक हो रही है। आंसर द स्वैलो। स्वैलो स्वैलो लिटल स्वैलो सैड द प्रिंस। प्रिंस उन्होंने कहता प्यारे छोटे जे स्वैलो, प्यारे छोटे जे अबाबील, फार अवे अक्रॉस द सिटी, बहुत दूर शहर तो पार, आई सी ए यंग मैन इन ए गैरट, बहुत दूर शहर तो पार मैं वेख सकदा एक नौजवान जिहड़ा वा गैरट। गैरट हुंदा बच्चों कोई पड़छत्ती कह लो, म्यानी कह लो, जिहड़ा सब तो उपर छोटा जिहा मकान, छोटा जिहा कमरा बनाया हुंदा कईयां ने किराए ते देण लई, खास तौर पर उन्होंने गैरट कहते आ, जिहड़ा टॉप ते बनया हुंदा। कहता कि मैं एक गैरट दे विच पड़छत्ती दे विच एक नौजवान नूं वेख रहा। ही इज़ लीनिंग ओवर ए डेस्क कवर्ड विद पेपर्स। लीनिंग झुकिया होया, ऐ करके झुकिया होया। कहता वो अपने एक टेबल के उपर झुकिया होया, जिहड़ा टेबल कवर्ड आ, कवर किया मतलब कि उहदे ते बहुत सारे पए हुए, की पए हुए पेपर। एंड इन द ग्लास बाई हिज साइड हेयर इज़ ए बंच ऑफ विदर्ड वायलट्स। तो वो लागे एक गिलास दे विच एक गुच्छा पिया, काहदा गुच्छा पिया, कुमलाए हुए फुलों का, विदर्ड कुमलाए हुए, जिहड़े मुरझाए हुंदे उहनूं विदर्ड बोलते हैं। वायोलट वायोलट बच्चों फुलों नूं कहंदे आ। किहो जे फुल हुंदे मैं जरूर तुहानूं दिखाउणा। देखो इहो जे फुल जिहड़े आ तुसीं स्क्रीन ते वेख रहे हो, इन्हां नूं वायोलट, इस तरह के फुलों नूं वायोलट कहंदे आ। हिज हेयर इज़ ब्राउन एंड क्रिस्प। नोट करने वाली गल आ बच्चों, हिज हेयर इज़, देखो ध्यान दिओ इस गल वल, कई गल्लां छोटियां छोटियां हुंदियां ने बट सानू असीं स्किप कर जाने और लाइफ दे विच सानू कई वारी बहुत वड्डियां हो के टक्करदियां। कई वारी हेयरस आर नहीं होना, चाहे हेयर साडे ज़्यादा हुंदे ने, एक वचन नहीं है, परंतु फिर भी इंग्लिश दे विच जदों साडे वालां दी, सिर दे वालां दी गल कीती गई एज ए कलैक्टिव दे तौर ते गल कीती गई, उदों हेयर इज़ ही आऊगा। हिज हेयर इज़ ब्राउन, हिज हेयर इज़ ब्लैक, हिज हेयर इज़ रैड, हिज हेयर इज़ ग्रे। इस तरह के जदों वर्ड होणगे तो वो सारे वालों की गल की होगी, परंतु जेकर वालों के टुकड़िਆਂ की गल की गई होवे उत्थे हेयरस आर रहूगा। अदरवाइज सारे वालों की गल की गई होवे तो उत्थे हेयर इज़ ही आएगा, चाहे कि इत्थे असीं हेयरस नूं अपने हेयर नूं प्लूरल नंबर ही मनते हैं। सो कहता हिज हेयर इज़ ब्राउन, वो वाल ब्राउन ने, एंड क्रिस्प मतलब रिजड ने, सख्त हो गए ने, एंड हिज लिप्स आर रैड एज पोमेग्रेनेट। तो वो बुल ने जड़े वो इन्ने रैड आ, इन्ने लाल आ जिमें अनार हुंदा। एंड ही हैज़ लार्ज एंड ड्रीमी आइज़। तो वह बहुत वड्डियां वड्डियां तो सुपनमई अखां ने, की दियां, जिहड़ा नौजवान डैस्क के उपर झुकिया होया और डैस्क ते की पिया, जिहड़े कुमलाए हुए फुलों का गुच्छा पिया तो कुछ पेपर पे आ। ही इज़ ट्राइंग टू फिनिश ए प्ले फॉर द डायरैक्टर ऑफ द थिएटर। वो की कोशिश कर रहा, ही इज़ ट्राइंग, वो ट्राई कर रहा टू फिनिश, कंप्लीट करने दी, फिनिश करने दी, की फिनिश करना, ए प्ले एक नाटक लिख रहा जो उन्होंने फिनिश करने दी जां उन्होंने समाप्त करने की कोशिश कर रहा। कद लई, फॉर द डायरैक्टर ऑफ द थिएटर, थिएटर के डायरैक्टर के लिए एक जो नाटक लिख रहा उन्होंने फिनिश करने की कोशिश कर रहा। बट ही इज़ टू कोल्ड टू राइट एनी मोर। सो पे अटेंशन प्लीज़, दिस इज़ अनदर टिपिकल सेंटेंस यू कैन राइट डाउन ऑन योर नोटबुक्स। सेंटेंस इज़ बट ही इज़ टू कोल्ड टू राइट एनी मोर। यदि मैं अगे भी पहले भी दसिया सी तुहानूं इहो जिहे सेंटेंसिस, जिवें पिछले इसे लैसन दे विच पिछे भी आया सीगा कि ही वाज टू पोलाइट टू मेक ए परसनल रिमार्क। वो इन्ना पोलाइट हो गया कि इन्ना निमर हो गया कि वो कोई परसनल टिप्पणी भी नहीं कर सकिया। इस तरह ये बट ही इज़ टू कोल्ड,
टू राइट एनी मोर। वो इन्ना ठंडा हो चुका सी, इन्नी उन्होंने ठंड लग रही सी टू राइट एनी मोर कि होर वो लिख नहीं सी सकता। इस तरह के सेंटेंसिस बच्चों तुसीं अपने तौर पर भी लभो, आप भी बनाओ और इन्हां सेंटेंसिस नूं तुसीं जरूर अपने एक बॉक्स दे विच वखरे तौर पर एक नोटबुक के वखरे कलर के नाल जरूर इन्हां नूं लिखिया करो, इहो जिहे सेंटेंसिस ताकि माइंड दे विच रहण। सो नैक्सट कहता ही देयर इज़ नो फायर इन द ग्रेट। हुण कहता कि क्योंकि ਉਹਦੀ ਜਿਹੜੀ ਬੱਚੇ मैं एक चीज़ दसदा कि ਜਿਹੜੇ ਠੰਡੇ ਦੇਸ਼ ਹੁੰਦੇ ਨੇ ਉਹਨਾਂ ਦੇ ਵਿੱਚ ਕਮਰਿਆਂ ਨੂੰ ਗਰਮ ਰੱਖਣ ਦੇ ਲਈ ਪਹਿਲਾਂ ਹੁਣ ਤਾਂ ਚਲੋ ਬਹੁਤ ਇਲੈਕਟ੍ਰੋਨਿਕ ਚੀਜ਼ਾਂ ਚੱਲ ਗਈਆਂ ਨੇ, ਇਲੈਕਟ੍ਰਿਕ ਚੀਜ਼ਾਂ ਚੱਲ ਗਈਆਂ ਨੇ ਕਮਰਿਆਂ ਨੂੰ ਗਰਮ ਰੱਖਣ ਦੇ ਲਈ, ਪਰੰਤੂ ਪਹਿਲਾਂ ਕੀ ਸੀਗਾ ਇੱਕ ਫਾਇਰ ਪਲੇਸ ਬਣੀ ਹੁੰਦੀ ਸੀ ਘਰਾਂ ਦੇ ਵਿੱਚ, ਉਹਦੇ ਵਿੱਚ ਅੱਗ ਬਾਲ ਕੇ ਤੇ ਘਰਾਂ ਨੂੰ ਗਰਮ ਰੱਖਿਆ ਜਾਂਦਾ ਸੀ ਕਿਉਂਕਿ ਠੰਡ ਬਹੁਤ ਹੁੰਦੀ ਸੀ ਉਹਨਾਂ ਠੰਡੇ ਦੇਸ਼ਾਂ ਦੇ ਵਿੱਚ, ਅੱਜ ਵੀ ਬਹੁਤ ਹੁੰਦੀ ਹੈ। ਔਰ ਉਹਦੇ ਜਿਹੜੇ ਕਹਿੰਦਾ ਗ੍ਰੇਟ ਜਿਹੜੀ ਉਹ ਫਾਇਰ ਪਲੇਸ ਆ ਉਹਦੇ ਵਿੱਚ ਅੱਗ ਨਹੀਂ ਹੈਗੀ ਕੋਈ ਵੀ ਇਸ ਵੇਲੇ, ਕੋਈ ਠੰਡੀ ਹੋ ਚੁੱਕੀ ਆ। ਐਂਡ ਹੰਗਰ ਹੈਜ਼ ਮੇਡ ਹਿਮ ਫੇਟ। ਇੱਕ ਤਾਂ ਠੰਡ ਬਹੁਤ ਆ, ਦੂਜਾ ਹੰਗਰ ਭੁੱਖ, ਠੰਡ ਅਤੇ ਭੁੱਖ ਨੇ ਉਹਨੂੰ ਫੇਂਟ ਕਰ ਦਿੱਤਾ, ਮਤਲਬ ਫੇਂਟ ਲਗਭਗ ਅਰਧ ਬੇਹੋਸ਼ੀ 'ਚ ਕਰ ਦਿੱਤਾ, ਫੇਂਟ ਹੋ ਜਾਣਾ, ਲਗਭਗ ਅਨਕੌਂਸ਼ੀਅਸ ਹੋ ਜਾਣਾ। आई विल वेट विद यू वन नाइट लॉन्गर सैड द स्वैलो। स्वैलो कहता कि ठीक आ, मैं तेरे नाल एक होर रात रह लेना, कोई इशू नहीं, कोई चक्कर नहीं, मैं रह सकदा, ਉਹਦੇ ਨਾਲ एग्री हो जाता। हो रियली हैड ए गुड हार्ट। ਹੁਣ ਜਿਹੜਾ स्वैलो आ ਉਹਦਾ सचमुच एक बड़ा ही वधिया दिल सीगा, ਉਹ ਚੰਗਾ ਲੱਗਣ ਲੱਗ ਪਿਆ ਸੀ ਕਿਉਂਕਿ ਉਹਨੇ ਇੱਕ ਚੰਗਾ ਕੰਮ ਕੀਤਾ ਸੀ, ਉਹਨੂੰ ਗੁੱਡ ਫੀਲਿੰਗ ਹੋਣ ਲੱਗ ਪਈ ਸੀ। ਪਹਿਲਾਂ ਤਾਂ ਉਹ ਨਹੀਂ ਸੀ ਰਹਿੰਦਾ स्वैलो ਪ੍ਰਿੰਸ ਦੇ ਨਾਲ, ਪਰ ਹੁਣ ਉਹ ਰਹਿਣ ਲੱਗ ਪਿਆ, ਉਹਨੂੰ ਚੰਗਾ ਲੱਗਾ ਕਿਉਂਕਿ ਆਲਰੇਡੀ ਇੱਕ ਚੰਗਾ ਕੰਮ ਕੀਤਾ ਸੀ ਉਹਨੇ, ਜਿਹੜਾ ਉਹਨੇ ਰੂਬੀ ਦਿੱਤਾ ਸੀਗਾ ਬੱਚੇ ਨੂੰ, ਬੱਚੇ ਦੀ ਮਦਰ ਨੂੰ, ਜਿਹੜੀ ਮਦਰ ਕੱਪੜੇ ਸਿਉਂਦੀ ਸੀ। ਹੀ ਆਸਕਡ ਇਫ ਹੀ ਸ਼ੁੱਡ ਟੇਕ ਐਨ ਅਦਰ ਰੂਬੀ ਟੂ ਦਾ ਯੰਗ ਪਲੇ ਰਾਈਟ। ਉਹਨੇ ਉਹਨੂੰ ਕੀ ਪੁੱਛਿਆ ਕਿ ਜੇ ਉਹ ਇੱਕ ਹੋਰ ਰੂਬੀ ਉਸ ਪਲੇ ਰਾਈਟ ਨੂੰ ਦੇ ਸਕੇ। ਵੇਖੋ ਬੱਚਿਓ ਧਿਆਨ ਦਿਓ, ਪਲੇ ਰਾਈਟ ਇਹਨੂੰ ਨੋਟ ਕਰੋ ਆਪਣੀ ਨੋਟਬੁੱਕ ਦੇ ਉੱਪਰ। ਪਲੇ ਰਾਈਟਰ ਨਹੀਂ ਬੋਲਣਾ, ਪਲੇ ਨਾਟਕ ਹੁੰਦਾ, ਪਲੇ ਨਾਟਕ ਨੂੰ ਲਿਖਣ ਵਾਲੇ ਨੂੰ ਪਲੇ ਰਾਈਟਰ ਨਹੀਂ ਬੋਲਣਾ, ਸਟੋਰੀ ਲਿਖਣ ਵਾਲੇ ਨੂੰ ਤੁਸੀਂ ਸਟੋਰੀ ਰਾਈਟਰ ਕਹਿ ਸਕਦੇ ਹੋ, ਬਟ ਨਾਟਕ ਲਿਖਣ ਵਾਲੇ ਨੂੰ, ਸਕ੍ਰਿਪਟ ਲਿਖਣ ਵਾਲੇ ਨੂੰ, ਜਿਹੜੇ ਫਿਲਮਾਂ ਦੇ ਲਈ ਸਕ੍ਰਿਪਟ ਲਿਖਦੇ ਨੇ, ਸੰਵਾਦ ਲਿਖਦੇ ਨੇ, ਬਿਰਤਾਂਤ ਲਿਖਦੇ ਨੇ, ਉਹਨਾਂ ਨੂੰ ਪਲੇ ਰਾਈਟ ਬੋਲਦੇ ਆ। ਰਾਈਟ ਵੀ RITE ਰਾਈਟ ਵਾਲਾ ਨਹੀਂ ਆ, RIGHT ਵਾਲਾ ਰਾਈਟ ਆ। ਸੋ ਇਹਨੂੰ ਇਸ ਤਰ੍ਹਾਂ ਹੀ ਯਾਦ ਕਰਨਾ, ਪਲੇ ਰਾਈਟ ਉਹ ਹੁੰਦਾ ਜਿਹੜਾ ਇਨਸਾਨ, ਜਿਹੜਾ ਕੋਈ ਕਲਾਕਾਰ ਫਿਲਮਾਂ ਦੇ ਲਈ ਕੋਈ ਸੰਵਾਦ ਲਿਖਦਾ, ਡਾਇਲਾਗ ਲਿਖਦਾ ਜਾਂ ਕੋਈ ਸਕ੍ਰਿਪਟ ਲਿਖਦਾ। ਅੱਗੋਂ ਪ੍ਰਿੰਸ ਕੀ ਕਹਿੰਦਾ ਅਲਾਸ ਓਹੋ ਆਈ ਹੈਵ ਨੋ ਰੂਬੀ ਨਾਓ। ਕਹਿੰਦਾ ਬੜੇ ਅਫਸੋਸ ਦੀ ਗੱਲ ਆ ਕਿ ਮੇਰੇ ਕੋਲ ਹੁਣ ਰੂਬੀ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਮਾਈ ਸੈਡ ਦਾ ਪ੍ਰਿੰਸ ਮਾਈ ਆਈਜ਼ ਆਰ ਆਲ ਦੈਟ ਆਈ ਹੈਵ ਲੈਫਟ। ਕਹਿੰਦਾ ਕਿਉਂਕਿ ਹੁਣ ਤਾਂ ਮੇਰੇ ਕੋਲ ਸਿਰਫ ਮੇਰੀਆਂ ਅੱਖਾਂ ਹੀ ਬਚੀਆਂ ਨੇ ਜਿਹੜੀਆਂ ਹੈਗੀਆਂ, ਕਿਉਂਕਿ ਬੱਚੋ ਰੂਬੀ ਉਹਦੇ ਕੋਲ ਇੱਕ ਹੀ ਸੀਗਾ, ਕਿਉਂਕਿ ਹੈਪੀ ਪ੍ਰਿੰਸ ਦੀ ਤਲਵਾਰ ਸੀ, ਜਿਹੜੀ ਤਲਵਾਰ ਦੀ ਮੁੱਠ ਦੇ ਉੱਪਰ ਰੂਬੀ ਲੱਗਾ ਸੀ, ਅਤੇ ਉਹ ਰੂਬੀ ਉਹ ਬੱਚੇ ਨੂੰ ਦੇ ਆਇਆ ਸੀਗਾ। ਕਿਉਂਕਿ ਹੁਣ ਰੂਬੀ ਕੋਈ ਨਹੀਂ ਸੀਗਾ, ਇਸ ਕਰਕੇ ਉਹ ਪ੍ਰਿੰਸ ਕਹਿ ਰਿਹਾ ਕਿ ਹੁਣ ਮੇਰੇ ਕੋਲ ਮੇਰੀਆਂ ਅੱਖਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਬਚਿਆ ਕਿਸੇ ਨੂੰ ਦੇਣ ਲਈ। ਦੇ ਆਰ ਮੇਡ ਆਫ ਰੇਅਰ ਸਫਾਇਰਸ। ਇਹ ਜਿਹੜੀਆਂ ਮੇਰੀਆਂ ਅੱਖਾਂ ਨੇ ਇਹ ਬੜੀਆਂ ਹੀ ਦੁਰਲੱਭ, ਰੇਅਰ ਹੁੰਦਾ ਦੁਰਲੱਭ, ਨੋਟ ਕਰ ਲਓ, ਰੇਅਰ ਦੁਰਲੱਭ, ਸਫਾਇਰਸ ਨੀਲਮ, ਇਹ ਬੜੇ ਦੁਰਲੱਭ ਨੀਲਮ ਦੀਆਂ ਬਣੀਆਂ ਨੇ, ਵਿਚ ਵਰ ਬਰੌਟ ਆਊਟ ਆਫ ਇੰਡੀਆ ਏ ਥਾਊਜ਼ੈਂਡਸ ਈਅਰਸ ਅਗੋ, ਜਿਹੜੀਆਂ ਕਿ ਹਜ਼ਾਰਾਂ ਸਾਲ ਪਹਿਲਾਂ ਇੰਡੀਆ ਤੋਂ ਲੈ ਕੇ ਆਉਂਦੇ ਸੀ। ਕੀ ਲੈ ਕੇ ਆਉਂਦੇ ਸੀ? ਨੀਲਮ, ਜਿਹੜੇ ਮੇਰੇ ਅੱਖਾਂ 'ਚ ਲਾਏ ਗਏ ਆ। ਸੋ ਮੇਰੇ ਕੋਲ ਤਾਂ ਕਹਿੰਦਾ ਇਹੀ ਮੇਰੀਆਂ ਅੱਖਾਂ ਦੋ ਬਚੀਆਂ ਨੇ, ਜਿਨ੍ਹਾਂ ਦੇ ਵਿੱਚ ਦੋ ਨੀਲਮ ਆ। ਹੀ ਆਰਡਰਡ ਦਾ ਸਵੈਲੋ ਟੂ ਪਲੱਕ ਆਊਟ ਵਨ ਆਫ ਦੈਮ। ਉਹਨੇ ਆਰਡਰ ਕੀਤਾ ਸਵੈਲੋ ਨੂੰ, ਕੀ ਕੀਤਾ? ਟੂ ਪਲੱਕ, ਖਿੱਚ ਲਾ, ਪੁੱਟ ਲਾ, ਕੀ? ਵਨ ਆਫ ਦੈਮ ਐਂਡ ਟੇਕ ਇਟ ਟੂ ਦਾ ਪਲੇ ਰਾਈਟ। ਕਹਿੰਦਾ ਮੇਰੀਆਂ ਅੱਖਾਂ ਵਿੱਚੋਂ ਇੱਕ ਅੱਖ ਜਿਹੜੀ ਆ ਉਹਦਾ ਨੀਲਮ ਪੁੱਟ ਲਾ ਆਪਣੀ ਚੁੰਝ ਦੇ ਨਾਲ, ਅਤੇ ਇਹ ਕਿਹਨੂੰ ਦੇ ਕੇ ਆ? ਪਲੇ ਰਾਈਟ ਨੂੰ। ਹੀ ਵਿਲ ਸੈਲ ਇਟ ਟੂ ਦਾ ਜਿਊਲਰ। ਉਹ ਇਹਨੂੰ ਇੱਕ ਜੌਹਰੀ ਕੋਲ, ਇੱਕ ਸੁਨਿਆਰੇ ਕੋਲ ਵੇਚੂਗਾ। ਐਂਡ ਬਾਏ ਫਾਇਰਵੁੱਡ, ਅਤੇ ਕੁਛ ਲੱਕੜ ਖਰੀਦੂਗਾ ਤਾਂ ਕਿ ਆਪਣੇ ਕਮਰੇ 'ਚ ਅੱਗ ਬਾਲ ਸਕੇ, ਗਰਮ ਕਰ ਸਕੇ ਕਮਰੇ ਨੂੰ। ਐਂਡ ਫਿਨਿਸ਼ ਹਿਜ਼ ਪਲੇ,
ਤੇ ਆਪਣਾ ਜਿਹੜਾ ਪਲੇ ਆ ਜੋ ਨਾਟਕ ਲਿਖ ਰਿਹਾ ਉਹਨੂੰ ਉਹ ਫਿਨਿਸ਼ ਕਰੇ, ਸੰਪੂਰਨ ਕਰੇ। ਡੀਅਰ ਪ੍ਰਿੰਸ ਸੈਡ ਦਾ ਸਵੈਲੋ, ਸਵੈਲੋ ਕਹਿੰਦਾ ਪ੍ਰਿੰਸ ਮੇਰੇ ਬਹੁਤ ਪਿਆਰੇ ਪ੍ਰਿੰਸ, ਆਈ ਕੈਨ ਨਾਟ ਡੂ ਦੈਟ, ਮੈਂ ਇਹ ਨਹੀਂ ਕਰ ਸਕਦਾ। ਐਂਡ ਹੀ ਬਿਗੈਨ ਟੂ ਵੀਪ, ਅਗੇਨ ਯੂ ਕੈਨ ਸੀ ਹੇਅਰ ਇਜ਼ ਬਿਗੈਨ, ਬਿਗਿਨ ਬਿਗੈਨ ਬਿਗਨ, ਅਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਵੀਪ ਹੁੰਦਾ ਰੋਣਾ, ਬਿਗੈਨ ਸ਼ੁਰੂ ਕਰ ਦਿੱਤਾ, ਹੀ ਬਿਗੈਨ ਟੂ ਵੀਪ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਸਵੈਲੋ ਸਵੈਲੋ ਲਿਟਲ ਸਵੈਲੋ ਸੈਡ ਦਾ ਪ੍ਰਿੰਸ ਡੂ ਐਜ਼ ਆਈ ਕਮਾਂਡ ਯੂ, ਕਹਿੰਦਾ ਮੇਰੇ ਪਿਆਰੇ ਛੋਟੇ ਜਿਹੇ ਬੇਲ ਤੂੰ ਇੱਦਾਂ ਨਾ ਕਰ, ਤੂੰ ਜੋ ਮੈਂ ਕਹਿੰਦਾ, ਡੂ ਐਜ਼ ਤੂੰ ਕਰ, ਜਿਵੇਂ ਆਈ ਕਮਾਂਡ ਯੂ ਜਿਵੇਂ ਕਿ ਮੈਂ ਤੈਨੂੰ ਕਹਿਣਾ। ਸੋ ਇਸ ਤੋਂ ਅੱਗੇ ਕੀ ਹੁੰਦਾ ਸਟੋਰੀ ਦੇ ਵਿੱਚ ਉਹ ਆਪਾਂ ਅਗਲੇ ਲੈਸਨ ਦੇ ਵਿੱਚ ਵੇਖਾਂਗੇ। ਸਾਰੇ ਲੈਸਨ ਬੱਚਿਓ ਆਪਾਂ ਹੌਲੀ ਹੌਲੀ ਕਰਦੇ ਜਾਣਾ, ਥੋੜ੍ਹੇ ਥੋੜ੍ਹੇ ਲੈਸਨ ਨੂੰ ਤੁਸੀਂ ਥੋੜ੍ਹੀ ਥੋੜ੍ਹੀ ਸਟੋਰੀ ਨੂੰ ਪੜ੍ਹਦੇ ਜਾਓ, ਇਹਨੂੰ ਸਮਝਦੇ ਜਾਓ, ਔਖੇ ਜਿਹੜੇ ਵਰਡ ਨੇ ਉਹਨਾਂ ਦੇ ਮੀਨਿੰਗ ਨੋਟ ਕਰਦੇ ਜਾਓ, ਜਿਹੜੇ ਵਰਡ ਆਪਾਂ ਹਾਈਲਾਈਟ ਕੀਤੇ ਨੇ ਖਾਸ ਤੌਰ 'ਤੇ ਉਹਨਾਂ ਦੇ ਮੀਨਿੰਗ, ਜਿਹੜੀਆਂ ਵਰਬਸ ਦੀਆਂ ਫਾਰਮਸ ਦੱਸੀਆਂ ਨੇ ਉਹਨਾਂ ਦੇ ਮੀਨਿੰਗ, ਉਹਨਾਂ ਨੂੰ ਸਾਰਿਆਂ ਨੂੰ ਨੋਟ ਕਰੋ। ਔਰ ਜਿਹੜੀ ਮੈਂ ਅਸਾਈਨਮੈਂਟ ਆ ਉਹ ਤੁਹਾਡੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੀ ਗਈ ਆ। ਕਈ ਬੱਚੇ ਸਾਨੂੰ ਅਸਾਈਨਮੈਂਟ ਜਿਹੜੀ ਆ ਉਹ ਕਾਪੀ 'ਤੇ ਨੋਟ ਕਰਕੇ ਫੋਟੋ ਖਿੱਚ ਕੇ ਫੋਨ 'ਚ ਭੇਜਦੇ ਆ। ਦੈਟ ਟਾਈਪ ਆਫ ਅਸਾਈਨਮੈਂਟ ਕੈਨ ਨਾਟ ਬੀ ਅਪਰੂਵਡ, ਓਨਲੀ ਜਿਹੜੀ ਤੁਸੀਂ ਥਰੂ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਉਸ ਲਿੰਕ ਦੇ ਥਰੂ ਜਿਹੜੀ ਅਸਾਈਨਮੈਂਟ ਸਾਨੂੰ ਭੇਜਦੇ ਹੋ ਉਹੀ ਅਪਰੂਵ ਹੋਏਗੀ। ਉਹਦੇ ਲਈ ਵੀ ਅਸੀਂ ਇੱਕ ਵੱਖਰੀ ਵੀਡੀਓ ਬਣਾ ਦਿੱਤੀ ਹੈ, ਤੁਸੀਂ ਵੇਖ ਸਕਦੇ ਹੋ YouTube 'ਤੇ ਹੀ। ਅਸਾਈਨਮੈਂਟ ਨੂੰ ਕਿਵੇਂ ਤੁਸੀਂ ਜਿਹੜਾ ਉਹ ਕਰਨਾ ਵਾ, ਕਿਵੇਂ ਉਹਨੂੰ ਫਿਲ ਕਰਨਾ, ਉਹਦੇ ਸਾਰੇ ਕੁਐਸਚਨ ਆਨਸਰ ਕਿਵੇਂ ਤੁਸੀਂ ਉਹਦੇ ਫਿਲ ਕਰਨੇ ਆ, ਸੋ ਤੁਸੀਂ ਉਹ ਵੀਡੀਓ ਵੀ ਵੇਖ ਸਕਦੇ ਹੋ। ਔਰ ਜਿਹੜੇ ਬੱਚਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦਬਾਓ। ਮੈਂ ਬਾਰ-ਬਾਰ ਇਹ ਤਾਂ ਕਰਕੇ ਕਹਿੰਦਾ ਕਿਉਂਕਿ ਸਾਰੇ ਬੱਚਿਆਂ ਨੂੰ ਚਾਹੀਦਾ, ਜਿੰਨੇ ਵੀ ਬਾਬਾ ਦੀਪ ਸਿੰਘ ਸਕੂਲ ਬੇਗੇਪੁਰ ਦੇ, ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ ਬੱਚੇ ਨੇ, ਔਰ ਕਿਉਂਕਿ ਜੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੇ ਤਦ ਹੀ ਤੁਸੀਂ ਜੁੜੇ ਰਹੋਗੇ। ਜਦੋਂ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਫੋਨ 'ਤੇ ਵੀਡੀਓ ਨਾਲ ਹੀ ਨੋਟੀਫਿਕੇਸ਼ਨ ਆ ਜਾਇਆ ਕਰਨਾ। ਸੋ ਅੱਜ ਦੇ ਲੈਸਨ ਦੇ ਵਿੱਚ ਇੰਨਾ ਹੀ। ਆਪਣੇ ਘਰਾਂ ਦੇ ਵਿੱਚ ਰਹੋ, ਤੰਦਰੁਸਤ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।